ਵੱਡੀ ਖਬਰ ਆ ਰਹੀ ਹੈ। एक काफला मानसा पहुंचा सीआईए स्टाफ हैडक्वार्टर तो 3 काफले, एक काफला निकलिया सीगा 3 ਥਾਂ ਤੇ ਡਾਈਵਰਟ ਹੋਇਆ ਸੀਗਾ ਤੇ ਪੁਲਿਸ ਦੀਆਂ ਗੱਡੀਆਂ ਦਾ ਇੱਕ ਕਾਫਲਾ ਜਿਹੜਾ ਹੈਗਾ ਉਹ ਮਾਨਸਾ ਪਹੁੰਚਿਆ। ਖਰੜ ਤੋਂ ਮਾਨਸਾ ਜਿਹੜਾ ਹੈਗਾ ਪੁਲਿਸ ਦਾ ਇੱਕ ਕਾਫਲਾ ਪਹੁੰਚਿਆ ਔਰ ਇਸ ਦੇ ਵਿੱਚ ਮੌਜੂਦ ਕੌਣ ਹੈ? ਗੋਲਡੀ ਬਰਾੜ ਦੇ ਗੁਰਗੇ। ਗੋਲਡੀ ਬਰਾੜ ਦੇ ਗੁਰਗੇ ਨੂੰ ਜਿਹੜਾ ਹੈਗਾ ਮਾਨਸਾ ਲੈ ਕੇ ਪੁਲਿਸ ਪਹੁੰਚੀ ਹੈ। ਉੱਥੋਂ ਜਿਹੜਾ ਹੈਗਾ ਵੈਪਨ ਰਿਕਵਰ ਹੋ ਸਕਦੇ ਨੇ। ਅੱਜ ਦੀ ਅਹਿਮ ਅਪਡੇਟ ਇਹ ਹੈ ਜਿਹੜਾ ਇਨਪੁਟ ਸਾਨੂੰ ਮਿਲ ਰਹੇ ਨੇ ਕਿ ਉਹ ਹਥਿਆਰ ਜਿਹੜੇ ਹੈਗੇ ਉਹ ਰਿਕਵਰ ਪੁਲਿਸ ਕਰ ਸਕਦੀ ਹੈ। ਮੁਮਕਿਨ ਇਹ ਹੈਗਾ ਕਿ ਪੁਲਿਸ ਉਹਨਾਂ ਹਥਿਆਰਾਂ ਨੂੰ ਅੱਜ ਰਿਕਵਰ ਕਰ ਲਵੇ ਇਹਨਾਂ ਦੀ ਨਿਸ਼ਾਨਦੇਹੀ ਤੇ। ਬਿਲਕੁਲ ਅਜੇ ਤੱਕ ਨਹੀਂ ਪਤਾ ਉਹ ਵੈਪਨ ਕਿੱਥੇ ਨੇ। ਉਹ AN-94 ਜਿਹੜੀ ਗਨ ਹੈ ਯਾਨੀ ਕਿ ਆਟੋਮੈਟਿਕ ਹਥਿਆਰ ਹੈ ਜੋ ਬਿਨਾਂ ਲੋਡ ਤੋਂ ਚਲਾਈ ਜਾ ਸਕਦੀ ਹੈ, ਉਹ ਹਥਿਆਰ ਕਿੱਥੇ ਹੈ ਅਜੇ ਤੱਕ ਨਹੀਂ ਪਤਾ। ਉਹ ਹਥਿਆਰ ਜਿਹੜੇ ਨੇ ਕਿੱਧਰ ਗਏ ਕਿਉਂਕਿ ਉਹ ਸਿਰਫ ਇੱਕ ਗਨ ਨਹੀਂ ਸੀ ਬਲਕਿ ਪਤਾ ਨਹੀਂ ਕਿੰਨੇ ਵੈਪਨ ਸੀਗੇ ਔਰ ਅਜਿਹੇ ਆਟੋਮੈਟਿਕ ਹਥਿਆਰ ਸੀ ਤਾਂ ਉਹਨਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿੱਥੇ ਲੁਕੋਇਆ ਗਿਆ, ਕਿਸ ਦੇ ਕੋਲੋਂ ਹਥਿਆਰ ਨੇ, ਇਹ ਸਭ ਤੋਂ ਵੱਡਾ ਸਵਾਲ ਹੈ। ਤਾਂ ਹੋ ਸਕਦਾ ਕਿ ਸ਼ਾਇਦ ਉਸ ਦੀ ਜਿਹੜੀ ਹੈ ਇਸ ਲਈ ਉਹ ਕਾਫਲਾ ਮਾਨਸਾ ਪਹੁੰਚੇ ਤਾਂ ਕਿ ਉੱਥੇ ਜਾ ਕੇ ਰਿਕਵਰੀ ਕਰਵਾਈ ਜਾ ਸਕੇ। ਬਿਲਕੁਲ ਦੇਖੋ ਗੋਲਡੀ ਬਰਾੜ ਦੇ ਦੋਵੇਂ ਗੁਰਗੇ ਜਿਹੜੇ ਫੜੇ ਗਏ ਨੇ, ਗਗਨਦੀਪ ਦੀ ਗੱਲ ਕਰੀਏ ਗੁਰਪ੍ਰੀਤ ਦੀ ਗੱਲ ਕਰੀਏ, ਉਹਨਾਂ ਦਾ ਕੰਮ ਹੀ ਇਹ ਸੀਗਾ ਹਥਿਆਰ ਸਪਲਾਈ ਕਰਨਾ, ਅਸਲਾ ਸਪਲਾਈ ਕਰਨਾ। ਸੋ ਇਸ ਪੂਰੇ ਮਾਮਲੇ ਵਿੱਚ ਵੀ ਅਸਲਾ ਉਹਨਾਂ ਨੇ ਸਪਲਾਈ ਕੀਤਾ ਹੋ ਸਕਦਾ ਹੈ। ਹਾਲਾਂਕਿ ਪੁਲਿਸ ਨੇ ਹਜੇ ਇਸ ਗੱਲ ਦੀ ਤਸਦੀਕ ਕਰਨੀ ਹੈ ਔਰ ਇਸ ਨੂੰ ਲੈ ਕੇ ਪੁਲਿਸ ਜਿਹੜਾ ਹੈਗਾ ਮਾਨਸਾ ਪਹੁੰਚੀ ਹੈ। ਮਾਨਸਾ ਜਦੋਂ ਪਹੁੰਚੇਗੀ ਪੁਲਿਸ ਤਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਗੁਰਜੋਤ AN-94 ਵਾਲੀ ਉਹ ਵੀ ਹਜੇ ਸਿਰਫ ਚਰਚਾ ਵਿੱਚ ਹੈ। ਫੋਰੈਂਸਿਕ ਰਿਪੋਰਟ ਵਿੱਚ ਆਉਣ ਤੋਂ ਬਾਅਦ ਡੀਜੀਪੀ ਨੇ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਜ਼ਰੂਰ ਪਰ ਤਸਦੀਕ ਇਸ ਗੱਲ ਦੀ ਹਜੇ ਤੱਕ ਨਹੀਂ ਹੋ ਪਾਈ ਕਿ AN-94 ਯੂਜ਼ ਹੋਈ ਹੈ ਨਹੀਂ। ਮਨੋਜ ਲਗਾਤਾਰ ਸਾਡੇ ਨਾਲ ਮੌਜੂਦ ਨੇ, ਸਾਡੇ ਸਹਿਯੋਗੀ। ਮਨੋਜ, ਮਾਨਸਾ ਪਹੁੰਚ ਚੁੱਕੀ ਹੈ ਪੁਲਿਸ ਦੀ ਇੱਕ ਟੀਮ ਜਿਹੜੀ ਖਰੜ ਤੋਂ ਰਵਾਨਾ ਹੋਈ ਸੀਗੀ ਔਰ ਇਹ ਮੰਨਿਆ ਜਾ ਰਿਹਾ ਕਿ ਆਲਮੋਸਟ ਜਿਹੜੇ ਵੈਪਨ ਨੇ ਅੱਜ ਰਿਕਵਰ ਕੀਤੇ ਜਾ ਸਕਦੇ ਨੇ। देखो गगन ਜਿਹੜੇ ਪੁਲਿਸ ਸੋਰਸਿਸ ਸਾਨੂੰ ਦੱਸ ਰਹੇ ਨੇ ਕਿ ਜਿਹੜੇ ਗੈਂਗਸਟਰ ਦੋ ਕੱਲ ਫੜੇ ਗਏ ਸੀ ਗਗਨਦੀਪ ਤੇ ਗੁਰਪ੍ਰੀਤ, ਇਹ ਦੋਨੋਂ ਹਰਿਆਣਾ ਦੇ ਰਹਿਣ ਵਾਲੇ ਹੈ ਤੇ ਮੋਹਾਲੀ ਦੇ ਜੁਝਾਰ ਨਗਰ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਕਿ ਤਾਂ ਇਹਨਾਂ ਨੇ ਮੰਨਿਆ ਵੀ ਹੈਗਾ, ਪੁੱਛਗਿੱਛ ਵਿੱਚ ਇਹਨਾਂ ਨੇ ਮੰਨਿਆ ਹੈ ਕਿ ਇਹ ਜਿੰਨੇ ਵੀ ਜਿਹੜੇ ਇਲੀਗਲ ਵੈਪਨਸ ਹੁੰਦੇ ਆ ਜਿਹੜੇ ਗੈਂਗਸਟਰ ਨੂੰ ਪ੍ਰੋਵਾਈਡ ਕੀਤੇ ਜਾਂਦੇ ਉਹ ਇਹਨਾਂ ਦੇ ਥਰੂ ਹੁੰਦੇ ਸੀਗੇ ਕਿਉਂਕਿ ਗੋਲਡੀ ਬਰਾੜ ਜਿਹੜਾ ਗੈਂਗਸਟਰ ਕੈਨੇਡਾ 'ਚ ਬੈਠ ਕੇ ਸਾਰਾ ਨੈਕਸਸ ਚਲਾ ਰਿਹਾ ਜਿਹੜਾ ਆਪਰੇਟ ਕਰ ਰਿਹਾ ਹੈ ਉਹਨਾਂ ਦੇ ਵਾਸਤੇ ਇਹ ਦੋਨੋਂ ਕੰਮ ਕਰ ਰਹੇ ਸੀਗੇ ਤੇ ਇਹ ਬਹੁਤ ਵੱਡੀ ਜਿਹੜੀ ਹੈ ਲੀਡ ਪੁਲਿਸ ਨੂੰ ਮਿਲੀ ਹੈ ਤੇ ਕਹਿ ਸਕਦੇ ਹਾਂ ਕਿ ਇਸ ਲੀਡ ਤੇ ਹੁਣ ਪੁਲਿਸ ਕੰਮ ਕਰ ਰਹੀ ਹੈ। ਦੋਨਾਂ ਨੂੰ ਲੈ ਕੇ ਜਾਇਆ ਗਿਆ ਹੈ, ਜਿਹੜੀ ਵੀ ਨਿਸ਼ਾਨਦੇਹੀ ਹੈ, ਜਿਹੜੀ ਵੀ ਪੁੱਛਗਿੱਛ ਚੀਜ਼ਾਂ ਸਾਹਮਣੇ ਆ ਰਹੀਆਂ ਕਿਉਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿਉਂਕਿ ਅਸੀਂ ਲਗਾਤਾਰ ਕੱਲ੍ਹ ਇਹ ਖਬਰ ਕੀਤੀ ਸੀ ਤੇ ਉਹਦੇ ਵਿੱਚ ਇੱਕ ਵੱਡਾ ਖੁਲਾਸਾ ਉਹਨਾਂ ਨੇ ਕੀਤਾ ਸੀਗਾ ਪੁਲਿਸ ਦੀ ਪੁੱਛਗਿੱਛ ਕਿ ਬਾਰਡਰ ਏਰੀਆ ਤੋਂ ਉਹ ਅਸਲਾ ਲੈਂਦੇ ਆ ਯਾਨੀ ਇਲੀਗਲ ਵੈਪਨ ਬਾਰਡਰ ਏਰੀਆ ਤੋਂ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਸਪਲਾਈ ਕਰਦੇ ਆ। ਹੁਣ ਬਾਰਡਰ ਏਰੀਆ ਤੋਂ ਕਿੱਥੋਂ ਲੈਂਦੇ ਆ, ਕਿੱਥੋਂ ਆਂਦਾ ਹੈ, ਕਿਆ ਕਨੈਕਸ਼ਨ ਰਿੰਦਾ ਤੋਂ ਲੈ ਰਹੇ ਹੈ, ਰਿੰਦਾ ਦਾ ਕਨੈਕਸ਼ਨ ਆ ਰਿਹਾ ਜਿਹੜਾ ਪਾਕਿਸਤਾਨ 'ਚ ਬਹਿ ਕੇ ਕਿਉਂਕਿ ਰਿੰਦਾ ਦਾ ਨਾਂ ਇਸ ਕਰਕੇ ਆ ਰਿਹਾ ਹੈ ਕਿ ਜਿਹੜੇ ਵੀ ਪਿਛਲੇ ਦਿਨਾਂ ਅਸੀਂ ਗੱਲ ਕਰ ਲਈਏ ਕਰਨਾਲ ਦੀ ਅਸੀਂ ਗੱਲ ਕਰ ਲਈਏ ਜਿਹੜੇ ਬੰਦੇ ਫੜੇ ਸੀ ਜਾਂ ਫਿਰ ਹੋਰ ਮੋਹਾਲੀ RPG ਅਟੈਕ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਕਈ ਹੋਰ ਜਿਹੜੇ ਅਟੈਕ ਹੋਏ ਲੁਧਿਆਣਾ ਅਟੈਕ ਦੀ ਅਸੀਂ ਗੱਲ ਕਰ ਲਈਏ, ਇਹਦੇ ਵਿੱਚ ਰਿੰਦਾ ਦਾ ਨਾਂ ਸਾਹਮਣੇ ਆਇਆ ਸੀਗਾ ਕਿ ਜਿਹੜੇ ਅਸਲਾ ਸਪਲਾਈ ਹੋਇਆ ਹੈ ਮੋਹਾਲੀ RPG ਅਟੈਕ ਹੋਇਆ ਸੀਗਾ ਉੱਥੇ ਵੀ ਰਿੰਦਾ ਦਾ ਨਾਂ ਸਾਹਮਣੇ ਆਇਆ ਕਿ ਜਿਹੜਾ ਵੀ ਇਹ ਅਸਲਾ ਸਪਲਾਈ ਹੋਇਆ ਇਹ ਰਿੰਦਾ ਦੇ ਕਹਿਣ ਤੇ ਰਿੰਦਾ ਨੇ ਪ੍ਰੋਵਾਈਡ ਕਰਾਇਆ। ਤੇ ਹੁਣ ਸਿੱਧੂ ਮੂਸੇਵਾਲਾ ਕੇਸ 'ਚ ਜਿਹੜੇ ਵੀ ਵੈਪਨ ਲੇਟੈਸਟ ਵੈਪਨ ਜਿਹੜੇ ਯੂਜ਼ ਹੋਏ ਆ ਇਹ ਕਿੱਥੋਂ ਆਏ, ਇਹ ਕਿੰਨੇ ਪ੍ਰੋਵਾਈਡ ਕੀਤੇ, ਹੁਣ ਕੜੀ ਦਰ ਕੜੀ ਇਹ ਚੀਜ਼ਾਂ ਖੁੱਲਦੀਆਂ ਨਜ਼ਰ ਆ ਰਹੀਆਂ ਕਿ ਆਖਿਰ ਵੈਪਨ ਕਿੱਥੋਂ ਆਏ। ਇਹ ਥੋੜਾ ਕਲੀਅਰ ਹੋ ਰਿਹਾ ਹੈ ਕਿ ਵੈਪਨ ਬਾਰਡਰ ਏਰੀਆ ਤੋਂ ਆਏ, ਕਿੰਨੇ ਪ੍ਰੋਵਾਈਡ ਕੀਤੇ ਸ਼ਾਰਪ ਸ਼ੂਟਰਸ ਨੂੰ, ਇਹ ਵੀ ਥੋੜਾ ਕਲੀਅਰ ਹੋ ਰਿਹਾ। ਜਿਹੜੇ ਸਾਡੇ ਸੋਰਸਿਸ ਦੱਸ ਰਹੇ ਨੇ ਕਿ ਜਿਹੜੇ ਗੈਂਗਸਟਰ ਅਰੈਸਟ ਕੀਤੇ ਨੇ ਐਂਟੀ ਗੈਂਗਸਟਰ ਟੀਮ ਤੇ ਮੋਹਾਲੀ ਪੁਲਿਸ ਨੇ ਮਿਲ ਕੇ ਇਹ ਸਾਰਾ ਜਿਹੜਾ ਹੈ ਇਹ ਗੈਂਗ ਜਿਹੜਾ ਕੰਮ ਕਰਦਾ ਹੈ ਜਿਹੜਾ ਇਲੀਗਲ ਵੈਪਨ ਵਾਸਤੇ ਕਿਸੇ ਹੋਰ ਦੀ ਡਿਊਟੀ, ਰੈਕੀ ਕਰਨ ਵਾਸਤੇ ਕਿਸੇ ਹੋਰ ਦੀ ਡਿਊਟੀ, ਸ਼ਾਰਪ ਸ਼ੂਟਰ ਦਾ ਕੰਮ ਹੈ ਵਾਰਦਾਤ ਨੂੰ ਅੰਜਾਮ ਦੇਣਾ। ਇਹ ਸਾਰੀ ਚੀਜ਼ਾਂ ਇੱਕ ਪਲੈਨਿੰਗ ਦੇ ਤਹਿਤ ਚੱਲਦੀਆਂ ਜਿਹੜੇ ਵੀ ਗੈਂਗਸਟਰ ਕੰਮ ਕਰਦੇ ਨੇ ਜਾਂ ਜਿਹੜੀ ਹੈਗੀ ਇਹ ਨੈਕਸਸ ਕੰਮ ਕਰਦਾ ਹੈ। ਇਸ ਕਰਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਤੇ ਹਾਲਾਂਕਿ ਲਾਰੈਂਸ ਤੋਂ ਪੁੱਛਗਿੱਛ ਹੋ ਰਹੀ ਹੈ। ਉਸ ਤੋਂ ਇਲਾਵਾ ਜਿਹੜੇ ਵੈਪਨਸ ਯੂਜ਼ ਹੋਏ ਹੈ ਹੋਰ ਕਿੱਥੇ ਗਏ, ਸਿੱਧੂ ਮੂਸੇਵਾਲਾ ਦਾ ਜਿਹੜਾ ਇਹ ਯੂਜ਼ ਹੋਇਆ ਹੈ ਉਸ ਤੋਂ ਬਾਅਦ ਵਾਰਦਾਤ ਤੋਂ ਬਾਅਦ ਕਿਆ ਉਹ ਗੈਂਗਸਟਰ ਜਿਹੜੇ ਸ਼ਾਰਪ ਸ਼ੂਟਰ ਪਹੁੰਚੇ ਸੀ ਉਹ ਆਪਣੇ ਨਾਲ ਲੈ ਕੇ ਵੈਪਨ ਗਏ ਹੈ ਜਾਂ ਫਿਰ ਉਹ ਕਿਸ ਨੂੰ ਦੇ ਕੇ ਗਏ ਹੈ, ਇਹ ਸਾਰੀ ਚੀਜ਼ਾਂ ਕਿੰਨੇ ਮੁਹੱਈਆ ਕਰਾਈ, ਕਿੱਥੋਂ ਇਹ ਸਾਰੇ ਵੈਪਨਸ ਆਏ ਕਿਉਂਕਿ ਲੇਟੈਸਟ ਵੈਪਨ ਦੱਸੇ ਜਾ ਰਹੇ ਨੇ ਕਿਉਂਕਿ ਡੀਜੀਪੀ ਵੱਲੋਂ ਜਿਹੜਾ ਤੁਸੀਂ ਵੀ ਜਾਣਕਾਰੀ ਦੇ ਰਹੇ ਸੀ ਕਿ ਡੀਜੀਪੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚੋਂ ਦੱਸਿਆ ਗਿਆ ਸੀਗਾ ਕਿ 3-4 ਅਲੱਗ-ਅਲੱਗ ਜਿਹੜੇ ਵੈਪਨਸ ਤੋਂ ਇਹ ਵਾਰ ਹੋਏ ਯਾਨੀ ਕਿ ਫਾਇਰ ਹੋਇਆ ਤਾਂ ਅਸੀਂ ਮੰਨ ਸਕਦੇ ਹਾਂ ਕਿ ਜਿਹੜੇ ਵੀ ਵੈਪਨ ਯੂਜ਼ ਹੋਏ ਆ ਲੇਟੈਸਟ ਵੈਪਨ ਯੂਜ਼ ਹੋਏ ਆ। ਪੋਸਟਮਾਰਟਮ ਰਿਪੋਰਟ 'ਚ ਵੀ ਅਸੀਂ ਕਈ ਚੀਜ਼ਾਂ ਦਾ ਖੁਲਾਸਾ ਕੀਤਾ ਤਾਂ ਤੇ ਹੁਣ ਜਿਹੜੇ ਵੀ ਗੈਂਗਸਟਰ ਫੜੇ ਗਏ ਨੇ ਜਿਹੜੇ ਕੱਲ ਗੈਂਗਸਟਰ ਫੜੇ ਸੀਗੇ ਉਹਨਾਂ ਕੋਲੋਂ ਪੁੱਛਗਿੱਛ 'ਚ ਕਈ ਚੀਜ਼ਾਂ ਸਾਹਮਣੇ ਆਈਆਂ ਤੇ ਹੁਣ ਜਿਹੜਾ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਇੱਥੇ ਆਏ ਹੈ तो होर भी कई चीज़ों का बड़ा खुलासा बिल्कुल मनोज की मन्निया जावे कि हुण एक बहुत वड्डी लीड जिहड़ी है पंजाब पुलिस दे हाथ लग चुकी है
ਮਾਨਸਾ ਤੋਂ ਲੈ ਕੇ ਹੁਣ ਖਰੜ ਔਰ ਖਰੜ ਤੋਂ ਲੈ ਕੇ ਅੱਗੇ ਹੋਰ ਪੂਰਨ ਤੌਰ ਤੇ ਮਾਨਸਾ ਜਿਹੜੀ ਹੈ ਦੁਬਾਰਾ ਤੋਂ ਇੱਕ ਕਾਫਲਾ ਪਹੁੰਚਿਆ, ਯਾਨੀ ਕਿ ਪੂਰਨ ਤੌਰ ਤੇ ਇੱਕ ਵੱਡੇ ਅਧਿਕਾਰੀ ਪੱਧਰ ਤੇ ਪੂਰੀ ਟੀਮ ਜਿਹੜੀ ਹੈ ਲੱਗ ਚੁੱਕੀ ਹੈ ਪੰਜਾਬ ਪੁਲਿਸ, ਔਰ ਕੁੱਲ ਮਿਲਾ ਕੇ ਹੁਣ ਇੱਕ ਵੱਡੇ ਤੌਰ ਤੇ ਖੁਲਾਸੇ ਹੋ ਸਕਦੇ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਕਹਿ ਸਕਦੇ ਆ ਕਿ ਜ਼ਿਆਦਾਤਰ ਗੁੱਥੀ ਸਾਨੂੰ ਸੁਲਝਦੀ ਹੋਈ ਮਿਲਦੀ ਨਜ਼ਰ ਆਏਗੀ ਸਿੱਧੂ ਮੂਸੇਵਾਲਾ ਕਤਲकांड ਦੀ। ਦੇਖੋ ਗੁਰਜੋਤ, ਇਹਦੇ ਵਿੱਚ ਬਹੁਤ ਲੀਡ ਜਿਹੜੀ ਹੈ ਹੁਣ ਪੁਲਿਸ ਨੂੰ ਮਿਲਦੀ ਨਜ਼ਰ ਆ ਰਹੀ ਹੈ। ਕੱਲ ਹੀ ਲਾਰੈਂਸ ਨੂੰ ਲੈ ਕੇ ਆਏ ਨੇ ਤੇ ਹਾਲਾਂਕਿ ਅੱਜ ਤੋਂ ਪੁੱਛਗਿੱਛ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਜਿਹੜੇ ਵੱਡੇ ਅਫਸਰ ਪੁੱਛਗਿੱਛ ਕਰ ਰਹੇ ਨੇ, ਕਈ ਵੱਡੇ ਖੁਲਾਸੇ ਹੋ ਸਕਦੇ ਨੇ, ਕਈ ਲਿਸਟ ਤਿਆਰ ਕੀਤੀ ਹੈ ਤੇ ਲਾਰੈਂਸ ਨੂੰ ਹੁਣ ਦੱਸਣਾ ਹੋਵੇਗਾ ਕਿ ਆਖਿਰ ਕਿਸ ਤਰ੍ਹਾਂ ਦੀ ਪਲੈਨਿੰਗ ਹੈ, ਕਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ, ਜੇ ਮਰਡਰ ਤੇ ਇਹਦੀ ਇਨਵੋਲਵਮੈਂਟ ਹੈਗੀ ਹੈ ਤੇ ਕਿਹੜੇ ਸ਼ਾਰਪ ਸ਼ੂਟਰਸ ਨੂੰ ਇਹਨਾਂ ਨੇ ਅਰੇਂਜ ਕੀਤਾ ਸੀਗਾ, ਇਹ ਕਿਸ ਤਰ੍ਹਾਂ ਦੀ ਚੀਜ਼ਾਂ ਹੋਈ ਹੈ, ਆਪਸੀ ਰੰਜਿਸ਼ ਹੈ, ਕਿੰਨੇ ਦਿਨਾਂ ਤੋਂ ਚੱਲ ਰਿਹਾ ਸੀਗਾ। ਉਸ ਤੋਂ ਇਲਾਵਾ ਜਿਹੜੇ ਗੈਂਗਸਟਰ ਫੜੇ ਗਏ ਨੇ, ਜਿਹੜੇ ਲੋਕ ਫੜੇ ਗਏ ਨੇ, ਜਿਨ੍ਹਾਂ ਨੇ ਲੌਜਿਸਟਿਕ ਚੀਜ਼ਾਂ ਪ੍ਰੋਵਾਈਡ ਕਰਾਈ, ਜਿਨ੍ਹਾਂ ਨੇ ਅਸਲਾ ਪ੍ਰੋਵਾਈਡ ਕਰਾਇਆ, ਉਹਨਾਂ ਕੋਲੋਂ ਵੀ ਹੁਣ ਪੁਲਿਸ ਕੋਲ ਉਹ ਵੀ ਲੀਡ ਹੈਗੀ ਹੈ ਕਿ ਜਿਹੜੇ ਲੋਕਾਂ ਨੇ ਇਹ ਅਸਲਾ ਪ੍ਰੋਵਾਈਡ ਕਰਾਇਆ, ਕਿਉਂਕਿ ਇੱਕ ਤਰੀਕੇ ਨਾਲ ਚੱਲਦਾ ਇਹਨਾਂ ਦਾ ਨੈਕਸਸ ਜਿਹੜਾ ਹੈ ਕਿ ਸ਼ਾਰਪ ਸ਼ੂਟਰ ਕਿਤੇ ਹੋਰ ਆਉਂਦੇ ਹੈ, ਰੈਕੀ ਕਰਨ ਵਾਲੇ ਕੋਈ ਹੋਰ ਹੁੰਦੇ ਹੈ, ਸ਼ੈਲਟਰ ਦੇਣ ਵਾਲੇ ਕੋਈ ਹੋਰ ਹੁੰਦੇ ਹੈ, ਹੋਰ ਜਿਹੜੀ ਚੀਜ਼ਾਂ ਮੁਹੱਈਆ ਕਰਾਉਣ, ਗੱਡੀਆਂ ਮੁਹੱਈਆ ਕਰਾਉਣ ਵਾਲੇ ਹੋਰ ਹੁੰਦੇ ਹੈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਜਿਹੜੀ ਹੈ ਉਹ ਕਨਫਿਊਜ਼ਨ 'ਚ ਨਿਕਲੀ ਹੈ ਕਿ ਆਖਿਰ ਇੱਕ ਹੀ ਨਾਂ ਸਾਹਮਣੇ ਆ ਰਿਹਾ ਹੈ, ਉਹ ਹੈਗਾ ਲਾਰੈਂਸ ਬਿਸ਼ਨੋਈ ਦਾ। ਜਿਹੜੇ ਵੀ ਗੁਰਗੇ ਹਜੇ ਤੱਕ ਅਰੈਸਟ ਹੋਏ ਹੈ ਉਹਨਾਂ ਵਿੱਚੋਂ ਸਾਰਿਆਂ ਦਾ ਲਿੰਕ ਜਿਹੜਾ ਹੈ ਉਹ ਬਿਸ਼ਨੋਈ ਗੈਂਗ ਦੇ ਨਾਲ ਸਾਹਮਣੇ ਆ ਰਿਹਾ ਹੈ। ਜਿਹੜੀ ਹੁਣ ਤੱਕ ਦੀ ਜਿਹੜੀ ਪੁਲਿਸ ਜਾਣਕਾਰੀ ਦੇ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਪੁਲਿਸ ਕੋਲ ਇੱਕ ਵੱਡੀ ਲੀਡ ਹੈ, ਜਿਸ ਕਰਕੇ ਹੁਣ ਪੁਲਿਸ ਕੰਮ ਕਰ ਰਹੀ ਹੈ। ਜੀ ਬਿਲਕੁਲ, ਲੀਡ ਜਿਹੜੀ ਹੈਗੀ ਮਨੋਜ ਪੁਲਿਸ ਦੇ ਕੋਲ ਹੈਗੀ ਹੈ, ਪਰ ਇਸ ਸਭ ਦੇ ਵਿਚਾਲੇ ਮਨੋਜ ਜਿਹੜਾ ਸਵਾਲ ਇਹ ਹੈਗਾ ਕਿ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਤੱਕ ਤਾਂ ਸਮਝ ਆਉਂਦਾ ਹੈ ਪੂਰਾ ਕਨੈਕਸ਼ਨ, ਜਿਹੜਾ ਮਹਾਰਾਸ਼ਟਰ ਜਾ ਕੇ ਜਿਹੜਾ ਇਸ ਗੱਲ ਦਾ ਕਨੈਕਸ਼ਨ ਜੁੜਦਾ ਇਸ ਪੂਰੇ ਮਾਮਲੇ ਦਾ, ਅਰੁਣ ਗਵਲੀ ਦੇ ਜਿਹੜੇ ਗੁਰਗੇ ਸੀਗੇ ਉਹਨਾਂ ਦਾ ਇਸ ਵਾਰਦਾਤ ਦੇ ਨਾਲ ਨਾ ਜੁੜਨਾ, ਯਾਨੀ ਅੰਡਰਵਰਲਡ ਦੇ ਨਾਲ ਨਾ ਜੁੜਨਾ, ਕਿ ਗੋਲਡੀ ਬਰਾੜ ਜਾਂ ਲਾਰੈਂਸ ਬਿਸ਼ਨੋਈ ਇੰਨਾ ਵੱਡਾ ਨਾ ਹੋ ਚੁੱਕਿਆ ਇਸ ਟਾਈਮ ਤੱਕ ਕਿ ਉਹ ਅੰਡਰਵਰਲਡ ਦੇ ਨਾਲ ਵੀ ਕੰਟੈਕਟ ਜਿਹੜਾ ਹੈਗਾ ਉਹ ਬਣਾ ਰਹੇ ਨੇ। ਦੇਖੋ ਗਗਨ, ਪਹਿਲਾਂ ਤਾਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਤਸਵੀਰਾਂ ਦਿਖਾਉਣ ਦੀ ਕਿ ਇਹ ਇਸ ਟਾਈਮ ਜਿਹੜਾ ਸਿਕਿਉਰਿਟੀ ਦੇ ਪਰਪਸ ਨਾਲ ਪੂਰੀ ਜਿਹੜੀ ਬੈਰੀਕੇਟਿੰਗ ਕਰ ਦਿੱਤੀ ਗਈ ਹੈ, ਇਸ ਕਰਕੇ, ਕਿਉਂਕਿ ਹਾਲਾਂਕਿ ਪਹਿਲਾਂ ਵੀ ਅਸੀਂ ਦੱਸਿਆ ਸੀਗਾ ਕਿ ਮੀਡੀਆ ਨੂੰ ਜਿਹੜਾ ਉਹ ਅੰਦਰ ਬਿਲਕੁਲ ਪਰਮਿਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ, ਕਿ ਮੀਡੀਆ ਨੂੰ ਇੱਥੇ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਹੁਣ ਤੁਸੀਂ ਜਿਹੜੀ ਗੋਲਡੀ ਬਰਾੜ ਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਹੋਰ ਵੀ ਅਫਸਰ ਇੱਥੇ ਪਹੁੰਚੇ ਨੇ, ਤਸਵੀਰਾਂ ਤੁਸੀਂ ਵੇਖਦੇ ਹੋ, ਇੱਥੇ ਹੋਰ ਵੀ ਅਫਸਰ ਪਹੁੰਚੇ ਨੇ। ਇਹ ਐਸਪੀ ਹੈੱਡਕੁਆਟਰ ਨੇ, ਮੋਹਾਲੀ ਪੁਲਿਸ ਦੇ ਐਸਪੀ ਹੈੱਡਕੁਆਟਰ ਨੇ, ਮਿਸਟਰ ਸੰਧੂ ਨੇ, ਜੋ ਉਹ ਵੀ ਇੱਥੇ ਪਹੁੰਚੇ ਨੇ। ਹਾਲਾਂਕਿ ਹੁਣ ਪੁੱਛਗਿੱਛ ਵਾਸਤੇ ਕਈ ਜਿਹੜੇ ਆਫੀਸਰਸ ਨੇ ਉਹ ਲਗਾਤਾਰ ਪਹੁੰਚ ਰਹੇ ਨੇ, ਯਾਨੀ ਕਿ ਪੂਰੀ ਜਿਹੜੀ ਪੁੱਛਗਿੱਛ ਹੈ ਉਹ ਲਗਾਤਾਰ ਜਾਰੀ ਹੈ, ਕਿਉਂਕਿ ਇਹਦੇ ਵਿੱਚ ਮੋਹਾਲੀ ਪੁਲਿਸ ਵੀ ਸੁਰੱਖਿਆ ਦੇ ਮੱਦੇਨਜ਼ਰ ਜਾਂ ਫਿਰ ਹੋਰ ਚੀਜ਼ਾਂ ਨੂੰ ਲੈ ਕੇ ਵੀ ਪੁਲਿਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ, ਜਿਹਨੂੰ ਲੈ ਕੇ ਹੁਣ ਲਗਾਤਾਰ ਜਿਹੜਾ ਹੈਗਾ ਉਹ ਪੁੱਛਗਿੱਛ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਬਿਲਕੁਲ CIA ਦੇ ਬਾਹਰ ਦੀ ਤਸਵੀਰਾਂ ਨੇ, ਜਿੱਥੇ ਅਸੀਂ ਖੜੇ ਹਾਂ, ਜਿੱਥੇ ਅਸੀਂ ਮੌਜੂਦ ਹਾਂ, ਤੇ ਹੁਣ ਜਿਹੜੇ ਪੁਲਿਸ ਅਫਸਰ ਉਹ ਵੀ ਇੱਥੇ ਪਹੁੰਚਦੇ ਨਜ਼ਰ ਆ ਰਹੇ ਨੇ, ਯਾਨੀ ਕਿ ਸਵੇਰ ਤੋਂ ਲੈ ਕੇ ਜੇ ਅਸੀਂ ਗੱਲ ਕਰੀਏ ਪੁੱਛਗਿੱਛ ਦਾ ਜਿਹੜਾ ਦੌਰ ਹੈ ਉਹ ਲਗਾਤਾਰ ਜਾਰੀ ਹੈ ਤੇ ਹੋਰ ਜਿਹੜੇ ਅਫਸਰ ਨੇ ਉਹ ਲਗਾਤਾਰ ਪਹੁੰਚ ਰਹੇ ਨੇ। ਤੁਸੀਂ ਗੋਲਡੀ ਬਰਾੜ ਦੀ ਗੱਲ ਕੀਤੀ ਹੈ, ਗੋਲਡੀ ਬਰਾੜ ਜਿਹੜਾ ਅਬਰੋਡ 'ਚ ਬੈਠਿਆ ਹੋਇਆ ਇਹ ਪੂਰਾ ਨੈਕਸਸ ਆਪਰੇਟ ਕਰ ਰਿਹਾ ਹੈ, ਲਾਰੈਂਸ ਦਾ ਬਹੁਤ ਖਾਸ ਹੈ, ਕਿਉਂਕਿ ਇਸ ਪੂਰੇ ਮਾਮਲੇ 'ਚ, ਇਸ ਸਿੱਧੂ ਮੂਸੇਵਾਲੇ ਮਾਮਲੇ 'ਚ ਗੋਲਡੀ ਬਰਾੜ ਇੱਕ ਬਹੁਤ ਵੱਡੀ ਕੜੀ ਹੈ। ਗਗਨ, ਜੇ ਆਪਾਂ ਸਟਾਰਟਿੰਗ ਤੋਂ ਦੇਖੀਏ 29 ਤਰੀਕ ਤੋਂ ਲੈ ਕੇ ਹੁਣ ਤੱਕ ਜੇ ਆਪਾਂ ਦੇਖੀਏ ਤਾਂ ਗੋਲਡੀ ਬਰਾੜ ਜਿਹੜਾ ਹੈਗਾ ਉਹ ਬਹੁਤ ਵੱਡੀ ਲੀਡ ਹੈ ਪੁਲਿਸ ਕੋਲ, ਕਿਉਂਕਿ ਰਿਸਪੌਂਸਿਬਿਲਿਟੀ ਵੀ ਲਿੱਤੀ ਸੀ। ਉਸ ਤੋਂ ਬਾਅਦ ਜਿਹੜੇ ਵੀ ਗੁਰਗੇ ਅਰੈਸਟ ਹੋਏ ਹੈ ਇਸ ਪੂਰੇ ਮਾਮਲੇ 'ਚ, ਉਹਦੇ ਵਿੱਚ ਗੋਲਡੀ ਬਰਾੜ ਦੇ ਗੁਰਗੇ ਵੀ ਜਿਹੜੇ ਹੈ ਉਹਨਾਂ ਦਾ ਵੀ ਨਾਂ ਸਾਹਮਣੇ ਆ ਰਿਹਾ। ਇਸ ਕਰਕੇ ਪੁਲਿਸ ਹੁਣ ਹਰ ਐਂਗਲ ਤੇ ਕੰਮ ਕਰ ਰਹੀ ਹੈ। ਗੋਲਡੀ ਬਰਾੜ ਨੂੰ ਲੈ ਕੇ ਪੁੱਛਗਿੱਛ ਜਿਹੜੀ ਹੈ ਲਾਰੈਂਸ ਤੋਂ ਵੀ ਕੀਤੀ ਜਾਏਗੀ। ਕਿਆ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਦੀ ਡਿਊਟੀ ਲਾਈ ਸੀ? ਕਿਆ ਲਾਰੈਂਸ ਬਿਸ਼ਨੋਈ ਦੇ ਕਹਿਣ ਤੇ ਗੋਲਡੀ ਬਰਾੜ ਨੇ ਇਹ ਸਾਰੀ ਚੀਜ਼ਾਂ ਅਰੇਂਜ ਕਰਾਈ? ਕਿਆ ਗੋਲਡੀ ਬਰਾੜ ਦੇ ਕਹਿਣ ਤੇ ਇਹ ਜਿੰਨੇ ਵੀ ਸ਼ਾਰਪ ਸ਼ੂਟਰ, ਜਿੰਨੇ ਵੀ ਰੈਕੀ ਕੀਤੀ, ਜਿਹੜੀ ਵੀ ਚੀਜ਼ਾਂ ਹੋਈ ਹੈ ਉਹ ਸਾਰੀ ਚੀਜ਼ਾਂ ਜਿਹੜੀਆਂ ਉਹ ਸਾਰੀ ਪੂਰਾ ਅਰੇਂਜ ਕਰਨ ਤੋਂ ਬਾਅਦ ਇਹ ਕੰਮ ਹੋਇਆ? ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਸ ਕਰਕੇ ਲਗਾਤਾਰ ਪੁਲਿਸ ਜਿਹੜੀ ਹੈ ਉਹ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਗਗਨ।